Hello students. Today's our new chapter is AC fundamentals. ਇਹਦੇ ਵਿੱਚ ਅਸੀਂ ਬੇਸਿਕ ਚੀਜ਼ਾਂ ਕਰਾਂਗੇ FEE ਦੀਆਂ AC ਫੰਡਾਮੈਂਟਲ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕਰਾਂਗੇ ਡਿਫਰੈਂਸ ਬਿਟਵੀਨ AC ਐਂਡ DC। ਉਹ ਆਪਾਂ ਇਹਦੇ ਵਿੱਚ ਕਰਾਂਗੇ ਸਟਾਰਟਿੰਗ 'ਚ। ਇਹ ਆ ਗਿਆ ਆਪਣਾ ਕੁਐਸਚਨ ਮੈਕਸਿਮਮ 6 ਮਾਰਕਸ ਦਾ ਜਾਂ ਆਉਂਦਾ ਹੁੰਦਾ ਆਪਣੇ ਪੇਪਰ 5 ਮਾਰਕਸ ਦਾ। ਵਾਟ ਇਜ਼ ਦ ਡਿਫਰੈਂਸ ਬਿਟਵੀਨ AC ਐਂਡ DC। ਬੜਾ ਸਿੰਪਲ ਕੁਐਸਚਨ ਆ, ਤੁਸੀਂ ਫਿਜ਼ਿਕਸ ਦੇ ਵਿੱਚ ਵੀ ਪੜ੍ਹਿਆ ਹੋਣਾ। ਜਿਹੜੇ +2 ਕਰਕੇ ਆਏ ਬੱਚੇ, ਉਹਨਾਂ ਨੇ ਨੋਨ ਮੈਡੀਕਲ ਕਰਕੇ ਆਏ, ਉਹਨਾਂ ਨੇ ਵੀ ਪੜ੍ਹਿਆ ਹੋਣਾ, ਅਤੇ ITI ਵਾਲਿਆਂ ਨੇ ਵੀ ਪੜ੍ਹਿਆ ਹੋਣਾ। ਸਿੰਪਲ ਕੀ ਆ ਡਿਫਰੈਂਸ ਬਿਟਵੀਨ AC ਐਂਡ DC। ਹੁਣ AC ਦਾ ਮਤਲਬ ਕੀ ਹੁੰਦਾ ਅਲਟਰਨੇਟਿੰਗ ਕਰੰਟ, DC ਦਾ ਮਤਲਬ ਹੁੰਦਾ ਡਾਇਰੈਕਟ ਕਰੰਟ। ਜਿਹੜੇ ਇਹਦੇ ਵਿੱਚ ਪੁਆਇੰਟ ਲਿਖੇ ਆਪਾਂ ਪਹਿਲਾਂ ਉਹ ਪੜ੍ਹ ਲਈਏ ਅਤੇ ਹੋਰ ਪੁਆਇੰਟ ਤੁਹਾਨੂੰ ਦੱਸਾਂਗਾ ਮੈਂ। In DC current, electric charge flow only in one direction. In AC current, electric charge changes its direction periodically. ਮਤਲਬ ਕਹਿੰਦਾ ਕਿ DC ਕਰੰਟ ਦੇ ਵਿੱਚ ਕੀ ਆ, ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਚਾਰਜ ਫਲੋ ਕਰਦਾ ਹੈ, ਅਤੇ AC ਦੇ ਵਿੱਚ ਕੀ ਆ, ਪੀਰੀਓਡਿਕਲੀ ਚੇਂਜ ਹੁੰਦਾ ਹੈ। DC ਕਰੰਟ cannot transfer at long distance because of very large energy loss. AC ਕਰੰਟ ਸੇਫ ਟਰੈਵਲ ਐਟ ਲੌਂਗ ਡਿਸਟੈਂਸ। ਅਤੇ ਜਿਹੜਾ DC ਕਰੰਟ ਹੈਗਾ ਕੀ ਆ, ਲੌਂਗ ਡਿਸਟੈਂਸ ਦੇ ਵਿੱਚ ਆਪਾਂ ਇਹਨੂੰ ਇਲੈਕਟ੍ਰੀਸਿਟੀ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਐਨਰਜੀ ਲੋਸ ਬਹੁਤ ਜ਼ਿਆਦਾ ਹੁੰਦਾ। ਅਤੇ AC ਜਿਹੜਾ ਆ ਉਹ ਕੀ ਹੈ, ਸੇਫਲੀ ਆਪਾਂ ਟਰਾਂਸਫਰ ਕਰ ਸਕਦੇ ਹੈਗੇ ਆ। ਦਾ ਫ੍ਰੀਕੁਐਂਸੀ ਆਫ DC ਕਰੰਟ ਇਜ਼ 0। ਫ੍ਰੀਕੁਐਂਸੀ ਕਿੰਨੀ ਹੁੰਦੀ DC ਕਰੰਟ ਦੀ? 0 ਹੁੰਦੀ ਹੈਗੀ ਹੈ। ਤਾਂ ਜਨਰੇਟਿੰਗ ਫ੍ਰੀਕੁਐਂਸੀ ਇਜ਼ 50 Hz to 60 Hz ਇਨ AC ਕਰੰਟ। ਮਤਲਬ AC ਦੇ ਵਿੱਚ ਕਿੰਨੀ ਹੁੰਦੀ ਆ ਫ੍ਰੀਕੁਐਂਸੀ? 50 Hz to 60 Hz। ਦਾ ਕਰੰਟ ਆਫ ਮੈਗਨੀਚਿਊਡ ਵੇਅਰਿੰਗ ਵਿਦ ਟਾਈਮ ਇਜ਼ ਕੌਂਸਟੈਂਟ। ਮਤਲਬ ਜਿਹੜਾ ਕਰੰਟ ਦਾ ਮੈਗਨੀਚਿਊਡ ਆ ਵਿਦ ਰਿਸਪੈਕਟ ਟੂ ਟਾਈਮ ਕੀ ਹੈ, ਕੌਂਸਟੈਂਟ ਰਹਿੰਦਾ ਹੈਗਾ। ਦਾ ਕਰੰਟ ਆਫ ਮੈਗਨੀਚਿਊਡ ਵੇਅਰਿੰਗ ਵਿਦ ਟਾਈਮ, ਮਤਲਬ ਕਿ ਜਿਹੜਾ ਕਰੰਟ ਦਾ ਮੈਗਨੀਚਿਊਡ ਆ ਟਾਈਮ ਦੇ ਨਾਲ ਕੀ ਕਰਦਾ, ਵੇਰੀ ਕਰਦਾ ਹੈਗਾ। The source of availability is battery or cell. The source of availability is generator or mains. ਇਹ ਮਤਲਬ ਇਹਦਾ ਸੋਰਸ ਕੀ ਹੈਗਾ ਆ, DC ਦਾ ਬੈਟਰੀ ਜਾਂ ਸੈੱਲ ਹੁੰਦੇ ਆ। ਇਹਦਾ ਕੀ ਹੁੰਦਾ ਹੈ, ਅਲਟਰਨੇਟਰ ਜਾਂ ਆਪਣੇ ਮੇਨ ਸਪਲਾਈ ਜਿੱਥੋਂ ਆਉਂਦੀ ਆ ਉਹ AC ਦਾ ਸੋਰਸ ਹੈਗਾ। ਇਨ DC circuit have only resistance. In AC circuit have resistance with capacitor and inductor. Power factor is always 1. In AC, power factor lies between 0 to 1. Its waveform are pure and pulsating. Its waves are sinusoidal, triangular, square, quasi-square wave. ਅਤੇ DC ਦੇ ਵਿੱਚ ਕੀ ਕਹਿੰਦਾ ਕਿ ਪਾਵਰ ਫੈਕਟਰ ਹਮੇਸ਼ਾ ਕੀ ਹੁੰਦਾ 1 ਹੁੰਦਾ ਹੈ, ਅਤੇ ਉਹਦੇ ਵਿੱਚ ਕੀ ਹੈ ਪਾਵਰ ਫੈਕਟਰ ਵੇਰੀ ਕਰਦਾ 0 to 1 ਦੇ ਵਿੱਚ। ਹੋਰ ਤੁਸੀਂ ਕੀ ਲਿਖ ਸਕਦੇ ਹੈਗੇ ਆ ਕਿ AC ਕੈਨ ਬੀ ਜਨਰੇਟਡ ਐਟ higher voltages. DC cannot be generated at higher voltages because of commutation difficulties. In case of AC, the cost of generation is less. In case of DC, the cost of generation is more. AC alternating voltage can be stepped up and stepped down with the help of transformer. Direct voltage cannot be increased or decreased easily. ਮਤਲਬ ਕਿ AC ਦੇ ਵਿੱਚ ਆਪਾਂ ਟਰਾਂਸਫਾਰਮਰ ਯੂਜ਼ ਕਰ ਸਕਦੇ, DC ਦੇ ਵਿੱਚ ਆਪਾਂ ਟਰਾਂਸਫਾਰਮਰ ਨਹੀਂ ਯੂਜ਼ ਕਰ ਸਕਦੇ ਕਿਉਂਕਿ ਟਰਾਂਸਫਾਰਮਰ ਯੂਜ਼ ਕਰਾਂਗੇ ਤਾਂ ਉਹ ਕੀ ਹੈ, ਸੜ ਜਾਊਗਾ। ਅਤੇ ਅਗਲਾ ਪੁਆਇੰਟ ਹੋਰ ਕੀ ਆ ਸਕਦਾ, AC ਮੋਟਰਸ ਆਰ ਆਫ ਲੈਸ ਕੋਸਟ, ਮੋਰ ਰੋਬਸਟ ਐਂਡ ਡਿਊਰੇਬਲ। DC ਮੋਟਰਸ ਆਰ ਕੋਸਟਲੀ ਐਂਡ ਲੈਸ ਡਿਊਰੇਬਲ। The maintenance cost of AC equipment and appliances is less. The maintenance cost of DC equipment and appliances is more. AC cannot be used directly for electroplating. Only DC can be used directly for electroplating. The speed of AC motors can be controlled easily. The speed of DC motor is very easy and economical. ਇਹ ਹੈਗੇ ਸੀ ਐਕਸਟਰਾ ਪੁਆਇੰਟ ਜਿਹੜੇ ਇਹਦੇ ਵਿੱਚ ਨਹੀਂ ਲਿਖੇ ਸੀ, ਉਹ ਵੀ ਮੈਂ ਬੋਲ ਲਿਆ, ਤੁਸੀਂ ਆਪਣੀ ਕਾਪੀ 'ਤੇ ਨੋਟ ਡਾਊਨ ਕਰ ਲਿਓ। ਆਹ ਆਪਣੀ ਵੇਵਫਾਰਮ ਆ ਗਈ, ਇੱਕ ਪਾਸੇ ਮੈਂ AC ਦੀ ਬਣਾਈ ਹੋਈ ਹੈ, ਦੂਸਰੇ ਪਾਸੇ ਕੀ ਆ DC ਦੀ ਵੇਵਫਾਰਮ ਆ। AC ਦੀ ਦੇਖੋ ਤੁਸੀਂ ਕੀ ਆ, ਵੇਵਫਾਰਮ ਪੀਰੀਓਡਿਕਲੀ ਚੇਂਜ ਹੋ ਰਹੀ ਆ। ਪਹਿਲਾਂ 0 ਸੀਗੀ, ਫਿਰ ਹੋ ਗਈ, ਫਿਰ 90 'ਤੇ ਗਈ,
180 डिग्री ਤੇ ਜਾ ਕੇ ਫਿਰ 0 ਹੁੰਦੀ ਹੈ, ਫਿਰ 270 ਜਾ ਕੇ ਫਿਰ ਨੀਚੋਂ ਮਤਲਬ ਨੈਗੇਟਿਵ ਵਿੱਚ ਹਾਈ ਰਹਿੰਦੀ, ਪੀਕ 'ਤੇ ਜਾਂਦੀ ਹੈ। ਅਤੇ ਵੇਵ ਫਾਰਮ ਇੱਦਾਂ ਫਲੋ ਕਰਦੀ ਹੈ। ਇਹਦਾ ਸਾਈਕਲ 0 ਤੋਂ ਲੈ ਕੇ 2π ਤੱਕ ਹੁੰਦਾ, ਮਤਲਬ 0 ਤੋਂ ਲੈ ਕੇ 360 ਡਿਗਰੀ ਤੱਕ ਇੱਕ ਸਾਈਕਲ ਕੰਪਲੀਟ ਹੁੰਦਾ ਹੈਗਾ। ਹੁਣ ਆਪਾਂ ਕੁਛ ਇੰਪੋਰਟੈਂਟ ਟਰਮਸ ਕਰਨੀਆਂ ਆ ਜਿਹੜੀ AC ਦੀ ਵੇਵ ਫਾਰਮ ਨੂੰ ਲੈ ਕੇ ਆ। ਧਿਆਨ ਨਾਲ ਦੇਖਿਓ ਅਤੇ ਨੋਟ ਕਰ ਲਿਓ ਆਪਣੀ ਕਾਪੀ ਦੇ ਵਿੱਚ। ਹਾਂਜੀ, ਪਹਿਲਾਂ ਆਪਣਾ ਆ ਜਾਂਦਾ ਆ ਵੇਵ ਫਾਰਮ। ਵੇਵ ਫਾਰਮ ਕੀ ਹੁੰਦੀ ਜਿਹੜੀ ਹੁਣੀ ਆਪਾਂ ਤੁਹਾਨੂੰ ਦਿਖਾਈ ਆ ਮੈਂ। ਵੇਵ ਫਾਰਮ ਦੀ ਡੈਫੀਨੇਸ਼ਨ ਕੀ ਹੈ? ਦ ਸ਼ੇਪ ਆਫ ਦ ਕਰਵ obtained by plotting the instantaneous value of the alternating quantity along y-axis and time along x-axis is called a waveform or wave shape। ਸਾਡੀ ਲਾਸਟ ਫਿਗਰ ਸੀ ਮੈਂ ਤੁਹਾਨੂੰ ਸ਼ੋਅ ਕੀਤੀ ਸੀ, ਕੀ ਕਰਦੀ ਹੈ? ਸ਼ੋਅ ਕੀ ਕਰਦੀ ਵੀ ਵੇਵ ਫਾਰਮ ਆਫ ਐਨ ਅਲਟਰਨੇਟਿੰਗ ਕੁਆਂਟਿਟੀ ਵੇਅਰਿੰਗ ਸਾਈਨਸੋਇਡਲੀ। ਅਗਲਾ ਆ ਜਾਂਦਾ ਹੈ ਪੁਆਇੰਟ ਇੰਸਟੈਂਟੇਨੀਅਸ ਵੈਲਿਊ। The value of an alternating quantity, that is voltage or current, at any instant is called its instantaneous value and is represented by E or I respectively। मतलब कि कोई ਉਹ ਵੈਲਿਊ ਅਲਟਰਨੇਟਿੰਗ ਕੁਆਂਟਿਟੀ ਦੀ ਜਿਹੜੀ ਵੀ ਆਪਾਂ ਐਨੀ ਇੰਸਟੈਂਟ ਮਤਲਬ ਕਿਤੇ ਵੀ ਆਪਾਂ ਨੋਟ ਕਰ ਲਈਏ, ਉਹਨੂੰ ਆਪਾਂ ਕਹਿੰਦੇ ਆ ਇੰਸਟੈਂਟੇਨੀਅਸ ਵੈਲਿਊ ਕਹਿੰਦੇ ਆ। ਅਤੇ ਉਹਨੂੰ ਆਪਾਂ E ਅਤੇ I ਨਾਲ ਨੋਟ ਡੋਨੇਟ ਕਰਦੇ ਹੈਗੇ। ਸਾਈਕਲ ਦਾ ਮਤਲਬ ਕੀ ਹੈਗਾ? 0 ਤੋਂ ਲੈ ਕੇ ਵੇਵ ਫਾਰਮ 360 ਡਿਗਰੀ ਤੱਕ ਕੀ ਆ ਕੰਪਲੀਟ ਕਰਦੀ ਇੱਕ ਸਾਈਕਲ। ਮਤਲਬ ਕਿ ਵੈਨ ਐਨ ਅਲਟਰਨੇਟਿੰਗ ਕੁਆਂਟਿਟੀ goes through a complete set of positive and negative values or goes through 360 degree electrical degrees, it is said to have completed one cycle। मतलब कि ਜਦੋਂ ਅਲਟਰਨੇਟਿੰਗ ਕੁਆਂਟਿਟੀ ਕੀ ਆ ਕੰਪਲੀਟ ਸੈੱਟ ਆਫ ਪੋਜ਼ੀਟਿਵ ਜਾਂ ਨੈਗੇਟਿਵ ਵੈਲਿਊ ਦਾ ਹੁੰਦਾ ਆ, ਅਤੇ ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ? ਵਨ ਸਾਈਕਲ। ਅਲਟਰੇਸ਼ਨ ਇਹਦੇ ਵਿੱਚ N ਲਿਖਿਆ, N ਨੂੰ ਕੱਟ ਦਿਓ, N ਨਹੀਂ ਆਉਣਾ, ਅਲਟਰੇਸ਼ਨ। ਕਿਸੇ ਵੀ ਇੱਕ ਹਾਫ ਸਾਈਕਲ ਨੂੰ ਆਪਾਂ ਅਲਟਰੇਸ਼ਨ ਕਹਿੰਦੇ ਹਾਂ, ਜਾਂ ਉਹ ਪੋਜ਼ੀਟਿਵ ਹਾਫ ਸਾਈਕਲ ਹੋਵੇ ਭਾਵੇਂ ਨੈਗੇਟਿਵ ਹਾਫ ਸਾਈਕਲ ਹੋਵੇ, ਇਹਨੂੰ ਆਪਾਂ ਕੀ ਕਹਿੰਦੇ? ਅਲਟਰੇਸ਼ਨ ਕਹਿੰਦੇ ਹਾਂ। ਵਨ ਹਾਫ ਸਾਈਕਲ ਇਜ਼ ਕਾਲਡ ਅਲਟਰੇਸ਼ਨ and alteration spans 180 electrical degrees। अगला अपना आइंदा टाइम पीरियड। The time taken in seconds to complete one cycle by an alternating quantity is called time period। It is generally denoted by capital T। time period ਕੀ ਹੁੰਦਾ ਆ? ਮਤਲਬ ਕਿ ਇੱਕ ਅਲਟਰਨੇਟਿੰਗ ਕੁਆਂਟਿਟੀ ਨੂੰ ਕਿੰਨਾ ਟਾਈਮ ਲੱਗਦਾ ਹੈ ਇੱਕ ਸਾਈਕਲ ਕੰਪਲੀਟ ਕਰਨ ਦੇ ਵਿੱਚ, ਉਹਨੂੰ ਆਪਾਂ ਟਾਈਮ ਪੀਰੀਅਡ ਕਹਿੰਦੇ ਹੈਗੇ ਆ। ਇਹਨੂੰ ਜਰਨਲੀ ਆਪਾਂ ਕੀ ਹੈ ਕੈਪੀਟਲ T ਨਾਲ ਡੋਨੇਟ ਕਰਦੇ ਹਾਂ। ਫ੍ਰੀਕੁਐਂਸੀ ਦ ਨੰਬਰ ਆਫ ਸਾਈਕਲਸ ਮੇਡ ਪਰ ਸੈਕਿੰਡ ਬਾਈ ਐਨ ਅਲਟਰਨੇਟਿੰਗ ਕੁਆਂਟਿਟੀ ਇਜ਼ ਕਾਲਡ ਫ੍ਰੀਕੁਐਂਸੀ। ਇਟ ਇਜ਼ ਮੇਜ਼ਰਡ ਇਨ ਸਾਈਕਲਸ ਪਰ ਸੈਕਿੰਡ ਔਰ ਹਰਟਜ਼ ਐਂਡ ਇਟ ਇਜ਼ ਡੋਨੇਟਡ ਬਾਈ ਸਮਾਲ f। ਮਤਲਬ ਕਿ ਫ੍ਰੀਕੁਐਂਸੀ ਕੀ ਹੁੰਦੀ ਆ ਕਿ ਨੰਬਰ ਆਫ ਸਾਈਕਲਸ ਮੇਡ ਪਰ ਸੈਕਿੰਡ ਬਾਏ ਐਨ ਅਲਟਰਨੇਟਿੰਗ ਕੁਆਂਟਿਟੀ ਇਜ਼ ਕਾਲਡ ਫ੍ਰੀਕੁਐਂਸੀ। ਮਤਲਬ ਕਿ ਅਲਟਰਨੇਟਿੰਗ ਕੁਆਂਟਿਟੀ ਇੱਕ ਸੈਕਿੰਡ ਦੇ ਵਿੱਚ ਕਿੰਨੇ ਸਾਈਕਲ ਮਤਲਬ ਪੂਰੇ ਕਰਦੀ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਫ੍ਰੀਕੁਐਂਸੀ ਕਹਿੰਦੇ ਆ। ਫ੍ਰੀਕੁਐਂਸੀ ਦੀ ਜਿਹੜੀ ਯੂਨਿਟ ਹੁੰਦੀ ਕਿਚ ਹੁੰਦੀ ਹੈ ਸਾਈਕਲ ਪਰ ਸੈਕਿੰਡ ਔਰ ਹਰਟਸ। ਐਂਪਲੀਟਿਊਡ ਦ ਮੈਕਸੀਮਮ ਵੈਲਿਊ ਅਟੇਨਡ ਬਾਏ ਐਨ ਅਲਟਰਨੇਟਿੰਗ ਕੁਆਂਟਿਟੀ in one cycle is called its amplitude or peak value or maximum value। मतलब कि ਇੱਕ ਵੇਵ ਫਾਰਮ ਦੇ ਵਿੱਚ ਕੀ ਆ ਜਿਹੜੇ ਪੋਜ਼ੀਟਿਵ ਸਾਈਕਲ ਦੀ ਵੀ ਮੈਕਸੀਮਮ ਵੈਲਿਊ ਲੈ ਲਓ, ਨੈਗੇਟਿਵ ਸਾਈਕਲ ਦੀ ਵੀ ਮੈਕਸੀਮਮ ਵੈਲਿਊ ਜਿਹੜੀ ਅਟੇਨਡ ਹੁੰਦੀ ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ? ਐਂਪਲੀਟਿਊਡ ਕਹਿੰਦੇ ਹੈਗੇ ਆ, ਜਾਂ ਉਹਨੂੰ ਪੀਕ ਵੈਲਿਊ ਕਹਿੰਦੇ ਆ। The maximum value of voltage and current is generally denoted by EM and IM respectively। ਇਹ ਤੁਹਾਡੀਆਂ ਹੋ ਗਈਆਂ ਇੰਪੋਰਟੈਂਟ ਟਰਮਸ, ਅਤੇ 2 ਨੰਬਰ ਦਾ ਕੁਐਸਚਨ ਆਉਂਦਾ, ਬੜਾ ਸਿੰਪਲ ਆ। ਸਾਰੀਆਂ ਜਿਹੜੀਆਂ ਟਰਮਸ ਆ ਇਹ ਕੀ ਹੈ? ਇੱਕ ਵੇਵ ਫਾਰਮ AC ਵੇਵ ਫਾਰਮ ਨੂੰ ਲੈ ਕੇ ਬਣੀਆਂ ਹੋਈਆਂ ਹੈ, ਅਤੇ ਉਹਨੂੰ ਤੁਸੀਂ ਪਹਿਲਾਂ ਉਹਨੂੰ ਨੋਟ ਕਰ ਲਿਓ, ਡਰਾ ਕਰ ਲਿਓ, ਅਤੇ ਉਸ ਤੋਂ ਬਾਅਦ ਇਹ ਇਕੱਲੀ ਡੈਫੀਨੇਸ਼ਨ ਕਰ ਸਕਦੇ ਹੈਗੇ ਆ। Thank you students।
ਫੋਰ ਵਾਚਿੰਗ ਮਾਈ ਲੈਕਚਰ। ਅਗਰ ਤੁਹਾਨੂੰ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ WhatsApp 'ਤੇ ਕੰਟੈਕਟ ਕਰ ਸਕਦੇ ਆ।